Hello, welcome to all of you in the online class of Satguru Classes। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਰੰਟ ਅਫੇਅਰਸ ਅਪ੍ਰੈਲ ਦੇ ਸੈਕਿੰਡ ਪੋਰਸ਼ਨ ਆਪਾਂ ਕਰਨ ਜਾ ਰਹੇ ਹਾਂ। ਕੱਲ੍ਹ ਆਪਾਂ 20 ਕਰੰਟ ਅਫੇਅਰਸ ਰੀਡ ਕੀਤੇ ਸੀ, ਉਹਨਾਂ ਨੂੰ ਸਮਝਿਆ ਸੀ। ਤਾਂ ਅੱਜ ਆਪਾਂ ਨੈਕਸਟ ਕਰੰਟ ਅਫੇਅਰਸ ਜਿਹੜੇ ਕਿ ਆਪਣੇ ਪੰਜਾਬ ਗੌਰਮੈਂਟ ਦੇ ਜਿਹੜੇ ਐਗਜ਼ਾਮਸ ਆਉਣ ਵਾਲੇ ਆ ਉਹਨਾਂ ਲਈ ਹੈਲਪਫੁਲ ਹੋਣਗੇ। ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਲਗਾਤਾਰ ਜਿਹੜੀ ਕਰੰਟ ਅਫੇਅਰਸ ਦੀ ਸੀਰੀਜ਼ ਮਿਲ ਰਹੀ ਹੈ। ਆਪਾਂ ਅਪ੍ਰੈਲ ਦਾ ਫਸਟ ਪੋਰਸ਼ਨ ਕੰਪਲੀਟ ਕਰ ਚੁੱਕੇ ਹਾਂ। ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਉਹ ਵੀਡੀਓ ਦੇਖ ਲਓ। ਇਸ ਲੈਕਚਰ ਦੀ ਜਿਹੜੀ PDF ਹੈ ਉਹ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ ਤੁਸੀਂ ਜਾ ਕੇ ਵੀ ਲੈ ਸਕਦੇ ਹੋ। ਟੈਲੀਗ੍ਰਾਮ ਚੈਨਲ ਦਾ ਜਿਹੜਾ ਲਿੰਕ ਆ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਠੀਕ ਹੈ, ਤਾਂ ਆਪਾਂ ਸਟਾਰਟ ਕਰਦੇ ਹਾਂ ਫਸਟ ਕਰੰਟ ਅਫੇਅਰ ਤੋਂ। ਅੱਜ ਦੇ ਫਸਟ ਕੀ ਹੈ ਕਿ ਇੱਕ ਐਕਸਰਸਾਈਜ਼ ਨੇਵਲ ਐਕਸਰਸਾਈਜ਼ ਹੋਈ ਹੈ ਜਿਹਦਾ ਨਾਮ ਕੀ ਹੈ ਵਰੁਣ 2021। ਇੰਡੀਆ ਅਤੇ ਫਰਾਂਸ ਦੇ ਵਿਚਕਾਰ ਇਹ ਨੇਵਲ ਐਕਸਰਸਾਈਜ਼ ਹੋਈ ਹੈ। ਪੇਪਰ ਦੇ ਵਿੱਚ ਮੋਸਟਲੀ ਇਹੀ ਕੁਐਸਚਨ ਪੁੱਛੇ ਜਾਂਦੇ ਆ ਵੀ ਜਿਵੇਂ ਵਰੁਣ ਐਕਸਰਸਾਈਜ਼ ਹੈ ਇਹ ਕਿਹੜੀ ਐਕਸਰਸਾਈਜ਼ ਹੈ, ਮਿਲਟਰੀ ਹੈ, ਨੇਵੀ ਹੈ ਜਾਂ ਏਅਰ ਡਿਫੈਂਸ ਹੈਗੀ ਹੈ। ਤਾਂ ਇਹ ਜਿਹੜੀ ਆਪਣੇ ਕੋਲ ਵਰੁਣ ਜਿਹੜੀ ਹੈਗੀ ਆ ਇਹ ਨੇਵਲ ਐਕਸਰਸਾਈਜ਼ ਹੈ ਕਿਹੜੀਆਂ ਦੋ ਕੰਟਰੀਜ਼ ਦੇ ਵਿਚਕਾਰ ਹੋਈ ਹੈ, ਇੰਡੀਆ ਅਤੇ ਫਰਾਂਸ ਦੇ ਵਿਚਕਾਰ ਹੋਈ ਹੈ। ਇਹਦੇ ਨਾਲ ਰਿਲੇਟਿਡ ਆਪਾਂ ਇਹ ਵੀ ਚੀਜ਼ ਯਾਦ ਰੱਖਣੀ ਹੈ ਵੀ ਇਹ ਜਿਹੜੀ ਐਕਸਰਸਾਈਜ਼ ਹੈ ਹੋਈ ਕਿੱਥੇ ਹੈ। ਤਾਂ ਇਹ ਵੀ ਤੁਸੀਂ ਪੁਆਇੰਟ ਦੇਖ ਲਓ। ਇਹ ਜਿਹੜੀ ਐਕਸਰਸਾਈਜ਼ ਹੈ ਇਹ ਅਰੇਬੀਅਨ ਸੀ ਦੇ ਵਿੱਚ ਹੋਈ ਹੈ। ਠੀਕ ਹੈ, ਨੈਕਸਟ ਅਗਲੇ ਕਰੰਟ ਅਫੇਅਰਸ 'ਤੇ ਦੇਖਦੇ ਹਾਂ ਆਪਾਂ। ਨੈਕਸਟ ਕੀ ਹੈ, ਇੱਕ ਜਿਹੜੀ ਹੈ ਆਪਣੇ ਕੋਲ ਮਿਜ਼ਾਈਲ ਦਾ ਨਾਮ ਕੀ ਹੈ, ਪਾਈਥਨ 5। ਇਹਦਾ ਜਿਹੜਾ ਟੈਸਟ ਫਾਇਰ ਕੀਤਾ ਗਿਆ ਪਾਈਥਨ 5 ਜਿਹੜੀ ਇੱਕ ਏਅਰ ਟੂ ਏਅਰ ਮਿਜ਼ਾਈਲ ਹੈ। DRDO ਨੇ ਇਹ ਜਿਹੜੀ ਮਿਜ਼ਾਈਲ ਦਾ ਟੈਸਟ ਫਾਇਰ ਕੀਤਾ ਹੁਣੇ। ਤਾਂ ਆਪਾਂ ਜਿਹੜੀ ਮਿਜ਼ਾਈਲ ਦੀ ਕੈਟੇਗਰੀ ਯਾਦ ਰੱਖਣੀ ਹੈ, ਨਾਮ ਯਾਦ ਰੱਖਣਾ ਹੈ। ਨੈਕਸਟ ਕੁਝ ਹੁਣ ਡੇਜ਼ ਐਂਡ ਈਵੈਂਟਸ ਹੈਗੇ ਆ। ਜਿਵੇਂ ਆਪਾਂ ਲਾਸਟ ਲੈਕਚਰ ਦੇ ਵਿੱਚ ਵੀ ਦੇਖਿਆ ਸੀ ਫਸਟ ਕਰੰਟ ਅਫੇਅਰਸ ਦੇ ਵਿੱਚ ਕਿ ਅਰਥ ਡੇ ਸੈਲੀਬ੍ਰੇਟ ਕੀਤਾ ਗਿਆ 22 ਅਪ੍ਰੈਲ ਨੂੰ। ਉਸੇ ਤਰ੍ਹਾਂ ਕੁਛ ਡੇਜ਼ ਐਂਡ ਈਵੈਂਟਸ ਆਪਾਂ ਇੱਕ ਹੀ ਸੀਰੀਜ਼ ਦੇ ਵਿੱਚ ਹੁਣ ਪੜ੍ਹਨ ਜਾ ਰਹੇ ਹਾਂ। ਜਿਵੇਂ ਫਸਟ ਹੈ ਨੈਸ਼ਨਲ ਮੈਰੀਟਾਈਮ ਡੇ। ਨੈਸ਼ਨਲ ਮੈਰੀਟਾਈਮ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ? ਹਰ ਸਾਲ 5 ਅਪ੍ਰੈਲ ਨੂੰ। ਨੈਕਸਟ ਇੰਟਰਨੈਸ਼ਨਲ ਡੇ ਆਫ ਕੰਸਾਇੰਸ, ਇਹ ਯੂਨਾਈਟਿਡ ਨੇਸ਼ਨਸ ਦੁਆਰਾ ਸੈਲੀਬ੍ਰੇਟ ਕੀਤਾ ਜਾਂਦਾ ਕਦੋਂ? ਇਹ ਵੀ 5 ਅਪ੍ਰੈਲ ਨੂੰ ਹੁੰਦਾ। ਨੈਕਸਟ ਇੰਟਰਨੈਸ਼ਨਲ ਡੇ ਆਫ ਸਪੋਰਟ ਫੋਰ ਡਿਵੈਲਪਮੈਂਟ ਐਂਡ ਪੀਸ, ਤਾਂ ਇਹ ਕਦੋਂ ਓਬਜ਼ਰਵ ਕੀਤਾ ਜਾਂਦਾ? 6 ਅਪ੍ਰੈਲ ਨੂੰ। ਨੈਕਸਟ ਅਗਲਾ ਜਿਹੜਾ ਹੈਗਾ ਡੇ ਆਪਣੇ ਕੋਲ ਕਾਫੀ ਇੰਪੋਰਟੈਂਟ ਹੈ, ਵਰਲਡ ਹੈਲਥ ਡੇ। ਕਦੋਂ ਸੈਲੀਬ੍ਰੇਟ ਕੀਤਾ ਜਾਂਦਾ? 7 ਅਪ੍ਰੈਲ ਨੂੰ। ਨੈਕਸਟ ਤੁਹਾਨੂੰ ਕਰੰਟ ਅਫੇਅਰਸ ਦੇ ਵਿੱਚ ਦੇਖਣ ਨੂੰ ਮਿਲੇਗਾ ਵੀ ਇਹਦਾ ਜਿਹੜਾ ਥੀਮ ਹੈ, ਥੀਮ ਕੀ ਸੀ ਇਸ ਵਾਰੀ ਦਾ? ਬਿਲਡਿੰਗ ਏ ਫੇਅਰਰ ਹੈਲਦੀਅਰ ਵਰਲਡ। ਠੀਕ ਹੈ ਜੀ, ਤਾਂ ਥੀਮ ਕਾਫੀ ਇੰਪੋਰਟੈਂਟ ਰਹਿੰਦਾ ਹੁੰਦਾ। ਨੈਕਸਟ ਇਹਦੇ ਨਾਲ ਰਿਲੇਟਿਡ ਹੀ ਹੈ 7 ਅਪ੍ਰੈਲ ਨੂੰ ਇੰਟਰਨੈਸ਼ਨਲ, ਇੱਕ ਤਾਂ ਆਪਾਂ ਦੇਖ ਲਿਆ ਕਿ ਹੈਲਥ ਡੇ ਓਬਜ਼ਰਵ ਕੀਤਾ ਜਾਂਦਾ ਹੈ, ਵਰਲਡ ਹੈਲਥ ਡੇ ਓਬਜ਼ਰਵ ਕੀਤਾ ਜਾਂਦਾ ਹੈ। ਇਸ ਵਾਰੀ ਜਿਹੜਾ ਕੀ ਹੈ 7 ਅਪ੍ਰੈਲ ਨੂੰ ਇੱਕ ਹੋਰ ਡੇ ਦੇ ਨਾਲ ਵੀ ਓਬਜ਼ਰਵ ਕੀਤਾ ਗਿਆ। ਕਿਹੜਾ ਡੇ ਹੈ? ਇੰਟਰਨੈਸ਼ਨਲ ਡੇ ਆਫ ਰਿਫਲੈਕਸ਼ਨ ਔਨ ਦਾ ਜੀਨੋਸਾਈਡ। ਜੀਨੋਸਾਈਡ ਦਾ ਮਤਲਬ ਕੀ ਹੁੰਦਾ ਕਿ ਕਾਫੀ ਸਾਰੇ ਲੋਕਾਂ ਨੂੰ ਇਕੱਠਾ ਮਾਰ ਦੇਣਾ ਨੂੰ ਆਪਾਂ ਜੀਨੋਸਾਈਡ ਬੋਲਦੇ ਹਾਂ। ਤਾਂ ਕਿਹੜੀ ਕੰਟਰੀ ਦੇ ਵਿੱਚ ਇਹ ਜਿਹੜਾ ਡੇ ਓਬਜ਼ਰਵ ਕੀਤਾ ਗਿਆ? ਰਵਾਂਡਾ। ਠੀਕ ਹੈ, the month of April is dedicated for awareness generation of which disease। ਮਤਲਬ ਇਸ ਵਾਰੀ ਦਾ ਜਿਹੜਾ ਅਪ੍ਰੈਲ ਦਾ ਜਿਹੜਾ ਮੰਥ ਸੀ ਉਹ ਇੱਕ ਡਿਜ਼ੀਜ਼ ਦੀ ਅਵੇਅਰਨੈਸ ਦੇ ਲਈ ਇਹਨੂੰ ਡੈਡੀਕੇਟ ਕੀਤਾ ਗਿਆ ਸੀ। ਤਾਂ ਉਹ ਡਿਜ਼ੀਜ਼ ਕਿਹੜੀ ਹੈ? ਪਾਰਕਿੰਸਨਸ ਡਿਜ਼ੀਜ਼। ਪਾਰਕਿੰਸਨਸ ਡਿਜ਼ੀਜ਼ ਜਿਹੜੀ ਹੈਗੀ ਆ ਉਹ ਬੇਸਿਕਲੀ ਕਿਹਦੇ ਨਾਲ ਰਿਲੇਟਿਡ ਹੈ, ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਪਾਰਕਿੰਸਨਸ ਡਿਜ਼ੀਜ਼ ਜਿਹੜੀ ਰਿਲੇਟਿਡ ਹੈ ਇਹ ਸੈਂਟਰਲ ਨਰਵਸ ਸਿਸਟਮ ਦੇ ਨਾਲ ਰਿਲੇਟਿਡ ਹੁੰਦੀ ਹੈ। ਸੈਂਟਰਲ ਨਰਵਸ ਸਿਸਟਮ ਦੇ ਨਾਲ ਰਿਲੇਟਿਡ ਹੁੰਦੀ ਹੈ। ਮਤਲਬ ਇਹਦੇ ਵਿੱਚ ਕੀ ਹੁੰਦਾ, ਆਪਣਾ ਜਿਹੜਾ ਸੈਂਟਰਲ ਨਰਵਸ ਸਿਸਟਮ ਆ ਉਹ ਇਹਦੀ ਜਿਹੜੀ ਫੰਕਸ਼ਨਿੰਗ ਆ ਉਹ ਖਰਾਬ ਹੋ ਜਾਂਦੀ ਹੈ ਪਾਰਕਿੰਸਨਸ ਡਿਜ਼ੀਜ਼ ਦੇ ਵਿੱਚ। ਨੈਕਸਟ ਆਪਾਂ ਚੱਲਦੇ ਹਾਂ ਇੰਟਰਨੈਸ਼ਨਲ ਡੇ ਆਫ ਹਿਊਮਨ ਸਪੇਸ ਫਲਾਈਟ। ਇਹ ਓਬਜ਼ਰਵ ਕੀਤਾ ਗਿਆ, ਉਹ ਕੀਤਾ ਜਾਂਦਾ ਹਰ ਸਾਲ 12 ਅਪ੍ਰੈਲ ਨੂੰ। ਨੈਕਸਟ ਫੈਸਟੀਵਲ ਦਾ ਨਾਮ ਹੈ ਪੋਹੇਲਾ ਬੋਇਸਾਖ। ਤਾਂ ਇਹ ਕਿੱਥੇ ਹੈ? ਬੇਸਿਕਲੀ ਸੈਲੀਬ੍ਰੇਟ ਕੀਤਾ ਜਾਂਦਾ ਵੈਸਟ ਬੰਗਾਲ ਦੇ ਵਿੱਚ। ਡਾਇਰੈਕਟਲੀ ਕੁਐਸਚਨਸ ਆ ਜਾਂਦੇ ਹੁੰਦੇ ਆ 1 ਲਾਈਨਰਸ ਦੇ ਵਿੱਚ ਆਪਣੇ ਪੇਪਰ ਦੇ ਵਿੱਚ। ਤਾਂ ਇਸ ਤਰ੍ਹਾਂ ਦੇ ਕੁਐਸਚਨਸ ਫੈਸਟੀਵਲਸ ਦੇ ਵਿੱਚੋਂ ਵੀ ਆ ਜਾਂਦੇ ਆ। ਨੈਕਸਟ ਕੰਪਲੈਕਸ ਪਾਸਟ ਡਾਈਵਰਸ ਫਿਊਚਰ। ਇਹ ਥੀਮ ਰੱਖਿਆ ਗਿਆ ਸੀ 18 ਅਪ੍ਰੈਲ ਨੂੰ ਇੱਕ ਦਿਨ ਸੈਲੀਬ੍ਰੇਟ ਕੀਤਾ ਜਾਂਦਾ। ਤਾਂ 18 ਅਪ੍ਰੈਲ ਨੂੰ ਜਿਹੜਾ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਉਹ ਕਿਹੜਾ? ਵਰਲਡ ਹੈਰੀਟੇਜ ਡੇ। ਉਹਦਾ ਥੀਮ ਕੀ ਸੀ? ਕੰਪਲੈਕਸ ਪਾਸਟ ਡਾਈਵਰਸ
ਫਿਊਚਰਸ। ਨੈਕਸਟ, ਸਿਵਲ ਸਰਵਿਸਿਜ਼ ਡੇ ਸੈਲੀਬਰੇਟ ਕਦੋਂ ਕੀਤਾ ਜਾਂਦਾ ਇੰਡੀਆ ਦੇ ਵਿੱਚ? 21 ਅਪ੍ਰੈਲ। ਤਾਂ ਇਹ ਕੁਝ ਕੁ ਡੇਜ਼ ਸੀਗੇ ਜਿਹੜੇ ਆਪਾਂ ਐਜ਼ ਇਟ ਇਜ਼ ਯਾਦ ਕਰਨੇ ਆ। ਨੈਕਸਟ ਕਾਫੀ ਇੰਪੋਰਟੈਂਟ ਹੈ, ਨੀਓ 01। ਨੀਓ 01 ਕੀ ਹੈ? ਇੱਕ ਚਾਈਨਾ ਦਾ ਰੋਬੋਟ ਹੈ। ਕਿਸ ਚੀਜ਼ ਦੇ ਨਾਲ ਰਿਲੇਟਿਡ ਹੈ? ਦੇਖੋ, ਚਾਈਨਾ ਨੇ ਜਿਹੜਾ ਰੋਬੋਟ ਬਣਾਇਆ ਇਹ ਸਪੇਸ ਦੇ ਵਿੱਚ ਜਿਹੜਾ ਵੀ ਡੈਬਰਿਸ ਪਿਆ ਹੁੰਦਾ, ਸਪੇਸ ਦੇ ਵਿੱਚ ਡੈਬਰਿਸ ਜਿਹੜਾ ਵੀ ਹੋਏਗਾ ਤਾਂ ਉਹ ਡੈਬਰਿਸ ਨੂੰ ਖ਼ਤਮ ਕਰਨ ਦੇ ਲਈ, ਡੈਬਰਿਸ ਦਾ ਮਤਲਬ ਹੁੰਦਾ ਵੀ ਸਪੇਸ ਦੇ ਵਿੱਚ ਕੋਈ ਕਚਰਾ ਵਗੈਰਾ ਜਾਂ ਕੂੜਾ ਹੈਗਾ ਤਾਂ ਉਹਨੂੰ ਖ਼ਤਮ ਕਰਨ ਦੇ ਲਈ, ਜੋ ਵੇਸਟੇਜ ਮਟੀਰੀਅਲ ਪਿਆ ਉਹਨੂੰ ਕੈਚ ਕਰਨ ਦੇ ਲਈ ਚਾਈਨਾ ਨੇ ਇੱਕ ਰੋਬੋਟ ਬਣਾਇਆ ਨੀਓ 1। ਨੈਕਸਟ, ਕੁਝ ਕੁ ਕਰੰਟ ਅਫੇਅਰਸ ਆਪਣੇ ਹੁਣ ਸਪੋਰਟਸ ਦੇ ਨਾਲ ਰਿਲੇਟਿਡ ਹੈ ਤਾਂ ਇਹ 1 ਲਾਈਨਰਸ ਦਾ ਹੈ, ਤੁਸੀਂ ਇਹ PDF ਦੇ ਵਿੱਚੋਂ ਰੀਡ ਆਊਟ ਕਰ ਲਿਓ। PDF ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਉੱਪਰ ਮਿਲ ਜਾਏਗੀ। ਨੈਕਸਟ 26 ਆਪਾਂ ਕਰਨ ਜਾ ਰਹੇ ਹਾਂ, ਅਦਿੱਤਿਆ L1 ਸਪੋਰਟ ਸੈੱਲ। ਅਦਿੱਤਿਆ L1 ਕੀ ਇੱਕ ਇੰਡੀਆ ਦਾ ਮਿਸ਼ਨ ਹੈ। ਬੇਸਿਕਲੀ ਇੰਡੀਆ ਦਾ ਮਿਸ਼ਨ ਇਹ ਕਿਹਦੇ ਨਾਲ ਰਿਲੇਟਿਡ ਹੈ? ਤਾਂ ਇੰਡੀਆ ਦਾ ਇਹ ਫਸਟ ਮਿਸ਼ਨ ਹੈ ਅਦਿੱਤਿਆ L1, ਸੋਲਰ ਮਿਸ਼ਨ ਹੈ ਇਹ ਵੀ ਆਪਾਂ ਨੂੰ ਯਾਦ ਰੱਖਣਾ ਪਏਗਾ। ਇੰਡੀਆ ਦਾ ਫਸਟ ਡੈਡੀਕੇਟਿਡ ਸੋਲਰ ਮਿਸ਼ਨ ਹੈਗਾ ਸੀ। ਹੁਣ ਇਹਦਾ ਇੱਕ ਸਪੋਰਟ ਸੈੱਲ ਬਣਾਇਆ ਗਿਆ ਜਿਹਨੂੰ ਆਪਾਂ ਨਾਮ ਕੀ ਦਿੱਤਾ? ਅਲਿਸਕ, LALISC। ਅਲਿਸਕ ਦਾ ਅਗਰ ਆਪਾਂ ਇਹਦੀ ਫੁੱਲ ਫਾਰਮ ਦੇਖੀਏ, ਅਦਿੱਤਿਆ L1 ਸਪੋਰਟ ਸੈੱਲ, ਠੀਕ ਹੈ ਜੀ। ਤਾਂ ਇਹ ਕਿੱਥੇ ਬਣਾਇਆ ਗਿਆ? ਹੁਣੇ ਹਲਦਵਾਨੀ ਦੇ ਵਿੱਚ। ਹਲਦਵਾਨੀ ਕਿੱਥੇ ਆ? ਉੱਤਰਾਖੰਡ ਦੇ ਵਿੱਚ। ਨੈਕਸਟ ਅਗਲੇ ਕਰੰਟ ਅਫੇਅਰ 'ਤੇ ਆਪਾਂ ਚੱਲਦੇ ਹਾਂ, ਏਸ਼ੀਅਨ ਇਨੀਸ਼ੀਏਟਿਵ ਔਨ ਮਿਆਂਮਾਰ। ਦੇਖੋ, ਮਿਆਂਮਾਰ ਦਾ ਜਿਹੜਾ ਮੁੱਦਾ ਸੀ ਉਹ ਕਾਫੀ ਨਿਊਜ਼ ਦੇ ਵਿੱਚ ਰਿਹਾ। ਇੱਥੇ ਜਿਹੜੇ ਕਾਫੀ ਦੰਗੇ ਵੀ ਹੋਏ ਸੀ। ਤਾਂ ਇਹ ਕੀ ਸੀ ਬੇਸਿਕਲੀ ਇੱਥੇ ਇੱਕ ਗੌਰਮੈਂਟ ਬਣੀ ਸੀ। ਉਸ ਗੌਰਮੈਂਟ ਨੂੰ ਐਕਚੁਅਲੀ ਉਹਦਾ ਓਪੋਜੀਸ਼ਨ ਜਿਹੜੀ ਪਾਰਟੀ ਸੀ, ਜੋ ਆਰਮੀ ਸੀ ਉੱਥੋਂ ਦੀ, ਤਾਂ ਉਹਨਾਂ ਨੇ ਕੀ ਕਰਨ ਦਿੱਤਾ ਵੀ ਉਹਨੂੰ ਉੱਥੋਂ ਦੀ, ਉਸ ਜਿਹੜੀ ਪਾਰਟੀ ਵਿਨਰ ਪਾਰਟੀ ਸੀ ਉਹਨੂੰ ਉੱਥੋਂ ਦੀ ਸਰਕਾਰ ਨਹੀਂ ਬਣਨ ਦਿੱਤੀ। ਤਾਂ ਉਹਦੇ ਉੱਪਰ ਹੁਣ ਏਸ਼ੀਆਨ ਜਿਹੜੀਆਂ ਕੰਟਰੀਜ਼ ਹੈ ਉਹਨਾਂ ਨੇ ਇੱਕ ਆਪਦੀ ਸਟੇਟਮੈਂਟ ਜਾਰੀ ਕੀਤੀ ਸੀ। ਤਾਂ ਇਹਨਾਂ ਨੇ ਕੀ ਕਿਹਾ ਸੀ ਵੀ ਉੱਥੇ ਜਲਦੀ ਤੋਂ ਜਲਦੀ ਇਹਨਾਂ ਨੇ 5 ਪੁਆਇੰਟ ਸਟੇਟਮੈਂਟ ਬੇਸਿਕਲੀ ਜਾਰੀ ਕੀਤੀ ਸੀ ਤਾਂ ਕਿ ਉੱਥੇ ਜਿਹੜਾ ਵਾਇਲੈਂਸ ਹੋ ਰਹੀ ਸੀ, ਜੋ ਦੰਗੇ ਹੋ ਰਹੇ ਸੀ, ਉਹਨੂੰ ਖ਼ਤਮ ਕੀਤਾ ਜਾਵੇ। ਤਾਂ 5 ਪੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ ਸੀ ਏਸ਼ੀਆਨ ਵੱਲੋਂ। ਹੁਣ ਹੈ ਕੀ ਸੀ ਬੇਸਿਕਲੀ ਮਿਆਂਮਾਰ ਦੇ ਵਿੱਚ ਕੀ ਹੈ, ਮਿਆਂਮਾਰ ਨੂੰ ਜਿਹੜੀ ਆਜ਼ਾਦੀ ਮਿਲੀ ਸੀ, ਇੰਡੀਪੈਂਡੈਂਸ ਮਿਲੀ ਸੀ ਬ੍ਰਿਟੇਨ ਤੋਂ, ਕਦੋਂ? 1948 ਦੇ ਵਿੱਚ। 1962 ਤੋਂ ਲੈ ਕੇ 2011 ਤੱਕ ਬੇਸਿਕਲੀ ਮਿਆਂਮਾਰ ਦੇ ਵਿੱਚ ਜਿਹੜਾ ਰਾਜ ਰਿਹਾ ਉਹ ਆਰਮਡ ਫੋਰਸਿਸ ਦਾ ਹੀ ਇਹਨਾਂ ਨੇ ਰਾਜ ਕੀਤਾ। ਮਤਲਬ ਜਿਹੜੀ ਰੂਲਿੰਗ ਜਿਹੜੀ ਹੈਗੀ ਸੀ ਉਹ ਆਰਮੀ ਮਿਲਟਰੀ ਦੇ ਅੰਡਰ ਹੀ ਸੀ ਅਤੇ ਆਰਮੀ ਨੇ ਹੀ ਬੇਸਿਕਲੀ ਮਿਲਟਰੀ ਨੇ ਹੀ ਇੱਥੇ ਜਿਹੜਾ ਬਰਮਾ ਦਾ ਨਾਮ ਜਿਹੜਾ ਹੁਣ ਬਦਲਿਆ ਸੀ, ਮਿਆਂਮਾਰ ਰੱਖਤਾ ਸੀ, ਠੀਕ ਹੈ। ਤਾਂ ਹੁਣ ਇੱਥੇ ਕੀ ਹੋਇਆ ਸੀ ਬੇਸਿਕਲੀ ਜੋ ਫਾਦਰ ਆਫ ਨੇਸ਼ਨ ਮਿਆਂਮਾਰ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਸੀ, ਪਰਸਨ ਨੂੰ ਜਿਸ ਨੂੰ ਨਾਮ ਲਿਆ ਜਾਂਦਾ ਸੀ, ਉਹਦਾ ਨਾਮ ਕੀ ਹੈ? ਔਂਗ ਸੈਨ। ਤਾਂ ਇਹ ਪਰਸਨ ਦਾ ਨਾਮ ਵੀ ਯਾਦ ਰੱਖਣਾ ਹੈ, ਹੀ ਇਜ਼ ਨੋਨ ਐਜ਼ ਅ ਫਾਦਰ ਆਫ ਮਿਆਂਮਾਰ, ਠੀਕ ਹੈ। ਤਾਂ ਹੁਣ 2010-11 ਦੇ ਵਿੱਚ ਕੀ ਹੋਇਆ ਕਿ ਇੱਥੋਂ ਜਿਹੜੀ ਰੂਲਿੰਗ ਪਾਰਟੀ ਸੀ, ਬੇਸਿਕਲੀ ਜਿਹੜੀ ਪਾਰਟੀ ਜਿੱਤੀ ਸੀ, ਉਹ ਫਾਦਰ ਆਫ ਨੇਸ਼ਨ ਦੀ ਬੇਟੀ ਸੀ, ਔਂਗ ਸੈਨ ਸੂ ਕੀ। ਇੱਥੇ ਨਾਮ ਵੀ ਲਿਖਿਆ ਹੋਇਆ, ਮੈਂ ਤੁਹਾਨੂੰ ਹਾਈਲਾਈਟ ਵੀ ਕਰ ਦਿੰਦਾ। ਦੇਖੋ, ਔਂਗ ਸੈਨ ਸੂ ਕੀ ਇਹ ਉਹਦੀ ਡੋਟਰ ਸੀ, ਜਿਹੜਾ ਪਰਸਨ ਸੀ ਔਂਗ ਸੈਨ, ਫਾਦਰ ਆਫ ਨੇਸ਼ਨ। ਹੁਣ ਇਹ ਜਿਹੜੀ ਬੇਸਿਕਲੀ ਔਂਗ ਸੈਨ ਸੂ ਕੀ ਸੀ, ਇਹਨੇ ਇੱਕ ਆਪਦੀ ਪਾਰਟੀ ਬਣਾਈ ਸੀ। ਇਹਦੀ ਪਾਰਟੀ ਦਾ ਨਾਮ ਕੀ ਹੈ ਵੀ ਆਪਾਂ ਯਾਦ ਰੱਖਣਾ। ਪਾਰਟੀ ਦਾ ਨਾਮ ਨੈਸ਼ਨਲ ਲੀਗ ਫੋਰ ਡੈਮੋਕ੍ਰੇਸੀ। ਤਾਂ ਇਹ ਪਾਰਟੀ ਦਾ ਨਾਮ ਹੈ ਨੈਸ਼ਨਲ ਲੀਗ ਫੋਰ ਡੈਮੋਕ੍ਰੇਸੀ। ਇਹਨੇ ਹੁਣ 2015 ਦੇ ਵਿੱਚ ਇਲੈਕਸ਼ਨਸ ਜਿੱਤੀਆਂ ਸੀ, ਬਟ ਮਿਲਟਰੀ ਨੇ ਕੀ ਕੀਤਾ, ਉੱਥੋਂ ਦੀ ਮਿਲਟਰੀ ਜਿਹੜੀ ਸੀ ਉਹਨਾਂ ਨੇ ਉਹਨੂੰ ਪ੍ਰੈਜ਼ੀਡੈਂਟ ਬਣਨ ਤੋਂ ਰੋਕਤਾ ਸੀ। ਤਾਂ ਉਹਨਾਂ ਲਈ ਇੱਕ ਹੋਰ ਅਲੱਗ ਤੋਂ ਇੱਕ ਨਵੀਂ ਪੋਸਟ ਵੀ ਬਣਾ ਦਿੱਤੀ ਸੀ। ਹੁਣ ਦੁਬਾਰਾ 2021 ਦੇ ਵਿੱਚ ਕੀ ਹੋਇਆ, ਨੈਸ਼ਨਲ ਲੀਗ ਫੋਰ ਡੈਮੋਕ੍ਰੇਸੀ ਨੇ ਦੁਬਾਰਾ, ਮਤਲਬ ਉਸ ਪਾਰਟੀ ਨੇ ਦੁਬਾਰਾ ਇਲੈਕਸ਼ਨਸ ਜਿੱਤੀਆਂ ਸੀ, ਬਟ ਉੱਥੋਂ ਦੇ ਜਿਹੜੇ ਮਿਲਟਰੀ ਦੇ ਜਿਹੜੇ ਹੈੱਡ ਸੀ, ਹੁਣ ਮਿਲਟਰੀ ਦੇ ਹੈੱਡ ਦਾ ਨਾਮ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ, ਤਤਮਾਦੇਵ ਲਿਖਿਆ ਹੋਇਆ, ਤੁਸੀਂ ਦੇਖ ਸਕਦੇ ਹੋ। ਤਤਮਾਦੇਵ ਨੇ ਕੀ ਹੈ, ਇਹਨੂੰ ਦੁਬਾਰਾ ਹੁਣ ਜਦੋਂ ਇਲੈਕਸ਼ਨ ਜਿੱਤੀਆਂ ਸੀ ਤਾਂ ਇਹਨਾਂ ਨੂੰ ਆਪਦੀ ਪਾਰਟੀ
ਨੂੰ ਪਾਵਰ 'ਚ ਆਉਣ ਤੋਂ ਰੋਕ ਦਿੱਤਾ ਗਿਆ ਸੀ। ਤਾਂ ਉਸ ਕਰਕੇ ਹੁਣ ਕੀ ਉੱਥੇ ਵਾਇਲੈਂਸ ਹੋ ਰਹੀ ਸੀ, ਮਤਲਬ ਉੱਥੇ ਦੰਗੇ ਹੋ ਰਹੇ ਸੀ। ਤਾਂ ਇਹ ਸਾਰਾ ਮੁੱਦਾ ਸੀ ਮਿਆਂਮਾਰ ਦਾ। ਇਹਦੇ ਉੱਪਰ ਹੁਣ ਬੇਸਿਕਲੀ 5 ਪੁਆਇੰਟਸ ਦੀ ਸਟੇਟਮੈਂਟ ਆਈ ਹੈ ਏਸ਼ੀਆਨ ਦੀ। ਠੀਕ ਹੈ ਜੀ, ਏਸ਼ੀਆਨ ਜਿਹੜਾ ਗਰੁੱਪ ਆਫ ਨੇਸ਼ਨਸ ਹੈਗਾ। ਨੈਕਸਟ ਆਪਾਂ ਚੱਲਦੇ ਹਾਂ ਅਵਾਰਡਸ ਐਂਡ ਓਨਰਸ ਦੇ ਵਿੱਚ। ਤਾਂ ਕੁਛ ਕੁ ਅਵਾਰਡਸ ਐਂਡ ਓਨਰਸ ਦਿੱਤੇ ਗਏ ਆ, ਮਤਲਬ ਅਵਾਰਡਸ ਦਿੱਤੇ ਗਏ, ਆਪਾਂ ਸਾਰੇ ਹੀ ਕੰਪਲੀਟ ਦੇਖ ਲੈਂਦੇ ਹਾਂ। ਦਾਦਾ ਸਾਹਿਬ ਫਾਲਕੇ ਜਿਹੜਾ ਅਵਾਰਡ ਦਿੱਤਾ ਗਿਆ ਉਹ ਇਸ ਵਾਰੀ ਰਜਨੀਕਾਂਤ ਨੂੰ ਦਿੱਤਾ ਗਿਆ ਅਤੇ ਜਿਹੜਾ ਇਹ ਹੋਣ ਵਾਲਾ ਸੀ ਇਹ 51st ਦਾਦਾ ਸਾਹਿਬ ਫਾਲਕੇ ਅਵਾਰਡ ਸੀ। ਨੈਕਸਟ ਬੇਸਿਕਲੀ ਕੀ ਹੈ, ਇੱਕ ਆਪਣੇ ਕੋਲ ਇੱਕ ਸੈਂਟਰ ਨੂੰ ਐਮਪੋਰਿਸ ਸਕਾਈ ਸਕ੍ਰੈਪਰ ਅਵਾਰਡ ਦਿੱਤਾ ਗਿਆ 2019 ਦੇ ਵਿੱਚ। ਤਾਂ ਇਹ ਦੱਸਣਾ ਹੈ ਆਪਾਂ ਜਿਹੜਾ ਸੈਂਟਰ ਹੈ ਉਹਦਾ ਨਾਮ ਕੀ ਹੈ, ਲਖਤਾ ਸੈਂਟਰ, ਕਿੱਥੇ ਹੈ, ਰਸ਼ੀਆ ਦੇ ਵਿੱਚ। ਤਾਂ ਇਹ ਵੀ ਇੱਕ ਔਨਰ ਦੇ ਰੂਪ ਦੇ ਵਿੱਚ ਆਪਾਂ ਦੇਖਦੇ ਹਾਂ। ਨੈਕਸਟ ਵਿਚ ਕੰਟਰੀ ਹੈਜ਼ ਕ੍ਰੀਏਟਿਡ ਅ ਵਰਲਡ ਰਿਕਾਰਡ ਫॉर ਫਾਸਟੈਸਟ ਰੋਡ ਕੰਸਟਰਕਸ਼ਨ। ਤਾਂ ਸਭ ਤੋਂ ਫਾਸਟ ਜਿਹੜੀ ਰੋਡ ਬਣਾਈ ਗਈ ਆ ਉਹ ਇੰਡੀਆ ਦੇ ਵਿੱਚ ਬਣਾਈ ਗਈ ਹੈ। ਇੰਡੀਆ ਨੇ ਆਪਦਾ ਨਵਾਂ ਰਿਕਾਰਡ ਬਣਾਇਆ। ਤੁਸੀਂ ਮੈਨੂੰ ਸਰਚ ਕਰਕੇ ਦੱਸਿਓ ਕਿ ਇੰਡੀਆ ਨੇ ਜਿਹੜਾ ਇਹ ਰਿਕਾਰਡ ਬਣਾਇਆ ਕਿੰਨੇ ਟਾਈਮ ਦੇ ਵਿੱਚ ਕਿੰਨੇ ਕਿਲੋਮੀਟਰ ਰੋਡ ਬਣਾਈ ਹੈ ਔਰ ਕਿਹੜੀ ਇੰਡੀਆ ਦੀ ਕੰਪਨੀ ਨੇ ਬਣਾਈ ਹੈ। ਠੀਕ ਹੈ ਜੀ। ਨੈਕਸਟ ਵਿਚ ਕੰਟਰੀ ਹੈਜ਼ ਸਿਕਿਓਰਡ ਦਾ ਫਸਟ ਪਲੇਸ ਅਮੰਗ ਇੰਡੀਅਨ ਯੂਨੀਵਰਸਿਟੀ। ਇੰਡੀਅਨ ਯੂਨੀਵਰਸਿਟੀਜ਼ ਦੇ ਵਿੱਚ ਬੇਸਿਕਲੀ ਵਰਲਡ ਯੂਨੀਵਰਸਿਟੀਜ਼ ਦੀ ਰੈਂਕਿੰਗ ਆਈ ਹੈ। ਉਹ ਵਰਲਡ ਜਿਹੜੀਆਂ ਯੂਨੀਵਰਸਿਟੀਜ਼ ਸੀ ਉਹਦੇ ਵਿੱਚ ਇੰਡੀਅਨ ਯੂਨੀਵਰਸਿਟੀ ਨੂੰ ਜਿਹੜੀ ਟੋਪ 'ਤੇ ਰਹੀ ਆ ਉਹ ਕਿਹੜੀ ਹੈ, ਕਲਕੱਤਾ ਯੂਨੀਵਰਸਿਟੀ। ਨੈਕਸਟ BCCI ਦੇ ਵਿੱਚ ਐਂਟੀ ਕਰਪਸ਼ਨ ਯੂਨਿਟ ਦਾ ਨਵਾਂ ਹੈੱਡ ਬਣਾਇਆ ਗਿਆ। ਤਾਂ ਕਿਹਨੂੰ ਬਣਾਇਆ ਗਿਆ, ਸ਼ਾਬੀਰ ਹੁਸੈਨ ਸ਼ੇਖਦਮ ਖੰਡਵਾਲਾ। ਨੈਕਸਟ ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਨਿਊ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਸੈਕਰੇਟਰੀ ਸਕਸੀਡਿੰਗ ਤਰੁਣ ਬਜਾਜ। ਤਰੁਣ ਬਜਾਜ ਤੋਂ ਬਾਅਦ DEA ਦੇ ਵਿੱਚ ਆਪਣੇ ਜਿਹੜੇ ਨਵੇਂ ਹੈੱਡ ਜਿਹੜੇ ਅਪੋਇੰਟ ਕੀਤੇ ਗਏ ਉਹਨੂੰ ਕਿਹਨਾਂ ਨੂੰ ਅਪੋਇੰਟ ਕੀਤੇ ਗਏ, ਸੈਕਰੇਟਰੀ ਅਪੋਇੰਟ ਕੀਤੇ ਗਏ ਤਾਂ ਅਜੇ ਸੇਠ ਨੂੰ ਅਪੋਇੰਟ ਕੀਤਾ ਗਿਆ। ਨੈਕਸਟ ਕਾਫੀ ਇੰਪੋਰਟੈਂਟ ਹੈ 48th CGI ਆਪਣੇ ਅਪੋਇੰਟਡ ਹੈਗੇ ਆ ਜਸਟਿਸ NV ਰਮਨਾ। ਨੈਕਸਟ ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਮਿਸ਼ਨ ਡਾਇਰੈਕਟਰ ਆਫ ਅਟਲ ਇਨੋਵੇਸ਼ਨ ਮਿਸ਼ਨ। ਅਟਲ ਇਨੋਵੇਸ਼ਨ ਮਿਸ਼ਨ ਦੇ ਵਿੱਚ ਮਿਸ਼ਨ ਦੇ ਡਾਇਰੈਕਟਰ ਕਿਹਨਾਂ ਨੂੰ ਬਣਾਇਆ ਗਿਆ, ਤਾਂ ਚਿੰਤਨ ਵੈਸ਼ਨਵ ਨੂੰ ਬਣਾਇਆ ਗਿਆ। ਹੂ ਵਾਜ਼ ਇਸਾਮੂ ਅਕਸਾਕੀ ਅ ਜੈਪਨੀਜ਼ ਨੋਬਲ ਲੌਗਰੀਏਟ। ਮਤਲਬ ਇਹਨਾਂ ਨੂੰ ਇੱਕ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ। ਤਾਂ ਇਹ ਕੌਣ ਸੀ, ਇਹਨਾਂ ਦੀ ਹੁਣੇ ਡੈਥ ਹੋਈ ਹੈ। ਤਾਂ ਇਹ ਇੱਕ ਸਾਇੰਟਿਸਟ ਸੀ। ਨੈਕਸਟ ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਨਿਊ ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ ਆਫ ਸਿਡਬੀ ਬੈਂਕ ਦੇ ਵਿੱਚ ਜਿਹੜੇ ਨਵੇਂ ਆਪਣੇ MD ਬਣਾਏ ਗਏ ਤਾਂ ਉਹ S ਰਮਨਨ ਨੂੰ ਬਣਾਇਆ ਗਿਆ। ਨੈਕਸਟ 29th WHO ਦਾ ਇੱਕ ਇਨੀਸ਼ੀਏਟਿਵ ਸਟਾਰਟ ਹੋਇਆ E2025। ਤਾਂ ਇਹ 2025 ਇਨੀਸ਼ੀਏਟਿਵ ਕੀ ਹੈ, ਬੇਸਿਕਲੀ ਇਹਨਾਂ ਨੇ WHO ਨੇ ਕਿਹਾ ਕਿ ਉਹ 25 ਕੰਟਰੀਜ਼ ਦੇ ਵਿੱਚ 2025 ਤੱਕ ਮਲੇਰੀਆ ਨੂੰ ਖ਼ਤਮ ਕਰਨਗੇ, ਇਰੈਡੀਕੇਟ ਕਰਨਗੇ। ਇਹ WHO ਦਾ ਇਨੀਸ਼ੀਏਟਿਵ ਹੈ। ਨੈਕਸਟ 30th ਫਸਟ ਏਸ਼ੀਅਨ ਵੂਮਨ, ਕਾਫੀ ਇੰਪੋਰਟੈਂਟ ਹੈ। ਫਸਟ ਏਸ਼ੀਅਨ ਵੂਮਨ ਜਿਹਨੂੰ ਹੁਣੇ ਓਸਕਰ ਅਵਾਰਡ ਮਿਲਿਆ ਐਜ਼ ਏ ਬੈਸਟ ਡਾਇਰੈਕਟਰ ਕੈਟੇਗਰੀ ਦੇ ਵਿੱਚ। ਤਾਂ ਉਹ ਵੂਮਨ ਦਾ ਨਾਮ ਕੀ ਹੈ, ਜਹਾਓ ਦਾ ਨਾਮ ਤੁਸੀਂ ਯਾਦ ਰੱਖਣਾ। ਇੱਕ ਚਾਈਨੀਜ਼ ਵੂਮਨ ਹੈ ਜਿਹਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ। ਪੂਰੇ ਏਸ਼ੀਆ ਦੇ ਵਿੱਚ ਇਹ ਫਸਟ ਵੂਮਨ ਬਣੀ ਹੈ ਜਿਹਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ। ਔਰ ਇਹਦੀ ਜਿਹੜੀ ਫਿਲਮ ਸੀ ਜਿਹੜੀ ਇਹਨਾਂ ਨੇ ਡਾਇਰੈਕਟ ਕੀਤੀ ਹੈ ਉਹ ਕਿਹੜੀ ਹੈ, ਨੋਮੈਡਲੈਂਡ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਨੋਮੈਡਲੈਂਡ ਜਿਹੜੀ ਇਹ ਮੂਵੀ ਹੈ ਇਹਨਾਂ ਨੇ ਡਾਇਰੈਕਟ ਕੀਤੀ ਹੈ। ਠੀਕ ਹੈ ਜੀ। ਨੈਕਸਟ 31st ਇਹ ਵੀ ਕਾਫੀ ਇੰਪੋਰਟੈਂਟ ਹੈ। ਚਾਈਨਾ ਨੇ ਆਪਦਾ ਫਸਟ ਮਾਰਸ ਮਿਸ਼ਨ ਮਾਰਸ ਰੋਵਰ ਬੇਸਿਕਲੀ ਲਾਂਚ ਕੀਤਾ। ਤਾਂ ਉਹਦਾ ਨਾਮ ਕੀ ਹੈ, ਜ਼ੁਰੋਂਗ ਨਾ ਬੇਸਿਕਲੀ ਚਾਈਨਾ ਦੇ ਵਿੱਚ ਇੱਕ ਉਹਨਾਂ ਦੇ ਫਾਇਰ ਗੋਡ ਹੈ, ਉਹਨਾਂ ਦੇ ਨਾਮ ਦੇ ਉੱਪਰ ਇਹਨਾਂ ਨੇ ਇੱਕ ਰੋਵਰ ਬਣਾਇਆ ਜ਼ੁਰੋਂਗ। ਤਾਂ ਇਹ ਕਿੱਥੇ ਜਾਏਗਾ, ਮਾਰਸ ਦੇ ਉੱਪਰ ਜਾਏਗਾ। ਠੀਕ ਹੈ। ਚਾਈਨਾ ਦਾ ਜਿਹੜਾ ਮਿਸ਼ਨ ਹੈ ਬੇਸਿਕਲੀ ਜ਼ੁਰੋਂਗ ਜਿਹੜਾ ਰੋਵਰ ਹੈ ਉਹ ਚਾਈਨਾ ਦੇ ਕਿਹੜੇ ਮਿਸ਼ਨ ਦੇ ਵਿੱਚ ਜਾਏਗਾ, ਤਾਂ ਮਿਸ਼ਨ ਦਾ ਨਾਮ ਵੀ ਤੁਸੀਂ ਯਾਦ ਰੱਖ ਲਓ, ਤਿਆਨਵੈਨ 1। ਠੀਕ ਹੈ, ਇਹ ਚਾਈਨਾ ਦਾ ਮਾਰਸ ਮਿਸ਼ਨ ਹੈ। ਨੈਕਸਟ
ਅੱਛਾ, ਇਹ ਤੁਹਾਨੂੰ ਇਸ ਕਰੰਟ ਅਫੇਅਰ ਦੇ ਰਿਲੇਟਿਡ ਮੈਂ ਤੁਹਾਨੂੰ ਕੱਲ੍ਹ ਵੀ ਜਿਹੜਾ ਪੁੱਛਿਆ ਸੀ, ਨਾਸਾ ਨੇ ਆਪਦਾ ਜਿਹੜਾ ਮਾਰਸ ਮਿਸ਼ਨ ਲਾਂਚ ਕੀਤਾ ਸੀ ਬੇਸਿਕਲੀ। ਇਹ ਆਲਰੇਡੀ ਪਹੁੰਚ ਚੁੱਕਿਆ ਮਾਰਸ ਦੇ ਉੱਪਰ। ਇਹਨੇ ਜਿਹੜੀਆਂ ਆਪਦੀਆਂ ਪਿਕਚਰਸ ਵੀ ਉਹਨੇ ਭੇਜੀਆਂ ਸੀ। ਤਾਂ ਉਹ ਮਿਸ਼ਨ ਦਾ ਨਾਮ ਕੀ ਹੈ? ਤੁਸੀਂ ਮੈਨੂੰ ਉਸ ਮਿਸ਼ਨ ਦਾ ਨਾਮ ਜ਼ਰੂਰ ਦੱਸਣਾ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ। ਤੁਸੀਂ ਉਸ ਨਾਸਾ ਦੇ ਮਿਸ਼ਨ ਦਾ ਨਾਮ ਦੱਸਣਾ ਜਿਹੜਾ ਹੁਣੇ ਨਾਸਾ ਨੇ ਮਾਰਸ ਦੇ ਉੱਪਰ ਭੇਜਿਆ। ਤਾਂ ਇਸ ਮਿਸ਼ਨ ਦਾ ਨਾਮ ਦੱਸਣਾ। ਇਹਦੇ ਵਿੱਚ ਹੁਣ ਕੀ ਹੈ, ਆਪਾਂ ਰਿਲੇਟਿਡ ਕਰੰਟ ਅਫੇਅਰਸ ਕੀ ਪੜ੍ਹ ਰਹੇ ਹਾਂ ਕਿ ਇੱਕ ਹੈਲੀਕਾਪਟਰ ਹੈ ਜਿਹਨੇ ਆਪਦਾ ਕੀ ਹੈ 3rd ਰਾਊਂਡ ਕੰਪਲੀਟ ਕਰ ਲਿਆ ਉਹਦੇ ਉੱਪਰ, ਮਾਰਸ ਦੇ ਉੱਪਰ। ਠੀਕ ਹੈ, ਮਤਲਬ ਇਹਨਾਂ ਦੀਆਂ ਜਿਹੜੀਆਂ ਪਿਕਚਰਸ ਆਲਰੇਡੀ ਭੇਜੀਆਂ ਹੋਈਆਂ। ਨੈਕਸਟ, ਹਾਂਜੀ, ਮਿਲਟਰੀ ਐਕਸਰਸਾਈਜ਼ਿਜ਼ ਹੈਗੀਆਂ ਕੁਛ ਕੁ। ਤਾਂ ਮਿਲਟਰੀ ਐਕਸਰਸਾਈਜ਼ਿਜ਼ ਦੇ ਵਿੱਚ ਫਸਟ ਆਪਣੇ ਕੋਲ ਵਜਰ ਪ੍ਰਹਾਰ ਮਿਲਟਰੀ ਐਕਸਰਸਾਈਜ਼ ਕਿਹੜੇ 2 ਦੇਸ਼ਾਂ ਦੇ ਵਿਚਕਾਰ ਹੁੰਦੀ ਹੈ? ਇੰਡੀਆ ਅਤੇ USA ਦੇ ਵਿਚਕਾਰ ਹੁੰਦੀ ਹੈ। ਠੀਕ ਹੈ, ਮਿਲਟਰੀ ਐਕਸਰਸਾਈਜ਼ ਹੈ ਵਜਰ ਪ੍ਰਹਾਰ। ਨੈਕਸਟ, ਅਗਲੀ ਵੀ ਇੱਕ ਮਿਲਟਰੀ ਐਕਸਰਸਾਈਜ਼ ਹੈ ਜਿਹੜੀ ਇੰਡੀਆ ਅਤੇ ਬੰਗਲਾਦੇਸ਼ ਦੇ ਵਿਚਕਾਰ ਹੁੰਦੀ ਹੈ, ਜਿਹਦਾ ਨਾਮ ਕੀ ਹੈ? ਸ਼ਾਂਤੀਰ ਓਗਰੋਸ਼ਨਾ। ਠੀਕ ਹੈ। ਨੈਕਸਟ, ਲੈਪਰੂਜ਼, ਇਹ ਡਿਫੈਂਸ ਐਕਸਰਸਾਈਜ਼ ਹੈ। ਕਿਹਦੇ ਵਿਚਕਾਰ ਹੁੰਦੀ ਹੈ? ਇੰਡੀਆ ਅਤੇ ਫਰਾਂਸ ਦੇ ਵਿਚਕਾਰ। ਇਹ ਤੁਸੀਂ ਡਾਇਰੈਕਟਲੀ ਯਾਦ ਰੱਖਣੀ, ਕਾਫੀ ਇੰਪੋਰਟੈਂਟ ਹੈ। ਪੰਜਾਬ ਦੇ ਜਿਹੜੇ ਹਰ ਇੱਕ ਪੇਪਰਾਂ ਦੇ ਵਿੱਚ ਕਵਰ ਹੁੰਦੀਆਂ ਇਹ ਮਿਲਟਰੀ ਐਕਸਰਸਾਈਜ਼, ਇੱਕ ਪੁੱਛੀ ਜਾਂਦੀ ਹੁੰਦੀ ਹੈ। ਨੈਕਸਟ, ਤਾਂ ਇੱਕ DRDO ਨੇ ਕੀ ਹੈ ਇੱਕ ਟੈਕਨੀਕ ਬਣਾਈ ਹੈ, ਐਡਵਾਂਸ ਚੈਫ ਬਣਾਇਆ, ਤਾਂ ਕਿ ਜਿਹੜੀਆਂ ਆਪਣੀਆਂ ਨੇਵਲ ਸ਼ਿਪਸ ਹੈ ਉਹਦੇ ਉੱਪਰ ਜਦੋਂ ਮਿਜ਼ਾਈਲ ਦਾ ਜਿਹੜਾ ਅਟੈਕ ਹੋਊਗਾ ਉਹਦੇ ਤੋਂ ਬਚਾਇਆ ਜਾ ਸਕੇ। ਤਾਂ ਇਹ DRDO ਨੇ ਬਣਾਇਆ। ਨੈਕਸਟ, 5th, ਸ਼ਾਂਤੀਰ ਓਗਰੋਸੈਨਾ, ਇਹ ਹੁਣੇ ਆਪਾਂ ਪੜ੍ਹ ਚੁੱਕੇ ਹਾਂ। ਮਿਲਟਰੀ ਐਕਸਰਸਾਈਜ਼ ਹੈ, ਕਿਹਦੇ ਵਿਚਕਾਰ ਹੈ? ਇੰਡੀਆ ਅਤੇ ਬੰਗਲਾਦੇਸ਼ ਦੇ ਵਿਚਕਾਰ ਹੈ। ਹਾਂਜੀ, ਨੈਕਸਟ, ਇੰਡੀਅਨ ਆਰਮੀ ਨੇ ਇੱਕ ਆਪਰੇਸ਼ਨ ਲਾਂਚ ਕੀਤਾ ਸੀ। ਇਹ ਨਾ ਅਪ੍ਰੈਲ ਦੇ ਵਿੱਚ ਹੀ ਲਾਂਚ ਕੀਤਾ ਸੀ, 19 ਅਪ੍ਰੈਲ 1984 ਦੇ ਵਿੱਚ ਲਾਂਚ ਕੀਤਾ ਗਿਆ ਸੀ। ਠੀਕ ਹੈ, ਤਾਂ ਉਹ ਹੁਣ ਇਸ ਆਪਰੇਸ਼ਨ ਮੇਘਦੂਤ ਨੂੰ ਜਿਹੜਾ ਕੀ ਹੈ ਦੁਬਾਰਾ ਨਿਊਜ਼ ਦੇ ਵਿੱਚ ਸੀ, ਤਾਂ ਓਬਜ਼ਰਵ ਕੀਤਾ ਗਿਆ। ਇਹ ਜਿਹੜਾ ਮਿਸ਼ਨ ਹੈ, ਆਪਰੇਸ਼ਨ ਮੇਘਦੂਤ, ਇਹ ਕਿਹਦੇ ਲਈ ਸੀ? ਤਾਂ ਇਹ ਸਿਆਚਿਨ ਦੇ ਉੱਪਰ ਕਬਜ਼ਾ ਲੈਣ ਦੇ ਲਈ ਸੀ, ਜਿਹੜਾ ਕਿ ਜੰਮੂ ਕਸ਼ਮੀਰ ਦਾ ਇਲਾਕਾ ਆਪਣਾ POK ਮਤਲਬ ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਅੰਡਰ ਆਉਂਦਾ। ਤਾਂ ਉਹਦੇ ਉੱਪਰ ਜਿਹੜਾ ਆਪਾਂ ਕਬਜ਼ਾ ਲੈਣਾ ਸੀ, ਠੀਕ ਹੈ, ਆਪਣੀ ਮਿਲਟਰੀ ਨੇ, ਤਾਂ ਆਪਰੇਸ਼ਨ ਮੇਘਦੂਤ ਲਾਂਚ ਕੀਤਾ ਗਿਆ ਸੀ। ਨੈਕਸਟ, INS ਨਿਰੀਖਸ਼ਕ, ਇਹ ਹੁਣ ਨਿਊਜ਼ ਦੇ ਵਿੱਚ ਸੀ। ਇਹ ਇੱਕ ਨਾ ਵੈਸਲ ਹੈ ਬੇਸਿਕਲੀ, ਤਾਂ ਇਹਨੂੰ ਯਾਦ ਰੱਖਣਾ ਆਪਾਂ, ਡਾਈਵਿੰਗ ਸਪੋਰਟ ਵਹੀਕਲ ਹੈ। ਨੈਕਸਟ, ਐਕਸਰਸਾਈਜ਼ ਖੰਜਰ, ਤਾਂ ਇਹ ਨਿਊਜ਼ ਦੇ ਵਿੱਚ ਆ। ਹੁਣ ਇੱਕ ਹੋਰ ਐਕਸਰਸਾਈਜ਼ ਆ ਗਈ, ਇਹ ਕਿਹਦੇ ਵਿਚਕਾਰ ਹੁੰਦੀ ਹੈ? ਇੱਕ ਮਿਲਟਰੀ ਐਕਸਰਸਾਈਜ਼ ਹੈ, ਇੰਡੀਆ ਅਤੇ ਕਿਰਗਿਸਤਾਨ ਦੇ ਵਿੱਚ ਹੈਗੀ ਹੈ। ਨੈਕਸਟ, ਹਾਂਜੀ, ਵਿਚ ਕੰਪਨੀ ਹੈਜ਼ ਡਿਲੀਵਰਡ ਦਾ ਫਸਟ ਲੋਟ ਆਫ ਲਾਈਟ ਬੁਲਟ ਪ੍ਰੂਫ ਵਹੀਕਲ ਟੂ ਦਾ ਇੰਡੀਅਨ ਏਅਰ ਫੋਰਸ ਇਨ ਕੋਲੈਬੋਰੇਸ਼ਨ ਵਿਦ ਲੋਕਹੀਡ ਮਾਰਟਿਨ। ਤਾਂ ਆਪਣੇ ਇੱਕ ਇੰਡੀਅਨ ਏਅਰ ਫੋਰਸ ਨੂੰ ਬੁਲਟ ਪ੍ਰੂਫ ਵਹੀਕਲ ਦਿੱਤੇ ਗਏ ਆ ਅਸ਼ੋਕ ਲੇਲੈਂਡ ਕੰਪਨੀ ਨੇ। ਕਿਹੜੀ ਕੰਪਨੀ ਦੇ ਨਾਲ ਮਿਲ ਕੇ? ਲੋਕਹੀਡ ਮਾਰਟਿਨ। ਨੈਕਸਟ, ਵਿਚ ਕੰਟਰੀਜ਼ ਟੂ ਡਿਲੀਵਰ ਦਾ ਰੈਜੀਮੈਂਟਲ ਸੈਟ ਆਫ S-400 ਟ੍ਰਿਅੰਫ SA-21 ਗਰੋਲਰ ਟੂ ਇੰਡੀਆ। ਤਾਂ ਇਹ ਕਿਹੜੀ ਕੰਪਨੀ ਨੇ ਡਿਲੀਵਰ ਕੀਤਾ? ਰਸ਼ੀਆ ਨੇ। ਠੀਕ ਹੈ ਜੀ, ਤਾਂ ਇਹ ਕੁਛ ਕੁ ਅਪ੍ਰੈਲ ਮੰਥ ਦੇ ਕਰੰਟ ਅਫੇਅਰਸ ਜਿਹੜੇ ਮੋਸਟ ਇੰਪੋਰਟੈਂਟ ਹੈ। ਠੀਕ ਹੈ, ਇਹਦੇ ਵਿੱਚੋਂ ਜਿਹੜੇ ਆਪਣੇ ਆਉਣ ਵਾਲੇ ਪੇਪਰਾਂ ਦੇ ਵਿੱਚ ਕਵਰ ਹੋਣਗੇ। ਤੁਸੀਂ ਇਸੇ ਤਰ੍ਹਾਂ ਹੀ ਜਿਹੜੇ ਕਰੰਟ ਅਫੇਅਰਸ ਨਾਲ ਨੋਟ ਡਾਊਨ ਕਰਦੇ ਜਾਇਓ। ਇਸ ਲੈਕਚਰ ਦੀ PDF ਵੀ ਤੁਹਾਨੂੰ ਮਿਲ ਜਾਏਗੀ। ਠੀਕ ਹੈ, ਟੈਲੀਗ੍ਰਾਮ ਚੈਨਲ ਦੇ ਉੱਪਰ। ਜਿਨ੍ਹਾਂ ਨੇ ਹਜੇ ਤੱਕ ਟੈਲੀਗ੍ਰਾਮ ਚੈਨਲ ਨੂੰ ਨਹੀਂ ਜੁਆਇਨ ਕੀਤਾ, ਉਹ ਜਾ ਕੇ ਸਤਿਗੁਰੂ ਕਲਾਸਿਸ ਮਲੋਟ ਦੇ ਨਾਮ 'ਤੇ ਤੁਸੀਂ ਸਰਚ ਕਰ ਸਕਦੇ ਹੋ। ਉੱਥੇ ਤੁਹਾਨੂੰ ਸਾਰੀਆਂ ਜਿਹੜੀਆਂ PDFs ਵੀ ਅਵੇਲੇਬਲ ਹੋਣਗੀਆਂ ਮੰਥ ਦੀਆਂ। ਠੀਕ ਹੈ, ਥੈਂਕ ਯੂ ਆਲ ਆਫ ਯੂ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ।